ਦੇ ਵਿੱਚ ਇਸ ਤਰ੍ਹਾਂ ਮਾਰਿਆ ਜਾਂਦਾ ਬੱਕਰੇ ਆਦਿਕ ਨੂੰ ਇੱਕ ਵਾਰੀ ਜ਼ੋਰ ਨਾਲ ਛੁਰਾ ਗਲ 'ਚ ਮਾਰ ਕੇ ਬੱਕਰਾ ਸੁੱਟ ਦਿੰਦੇ ਨੇ, ਫਿਰ ਉਹ ਹੌਲੀ ਹੌਲੀ ਤੜਫ ਤੜਫ ਕੇ ਮਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਨੂੰ ਤਾਂ ਉਹ ਹਾਲ ਹੈ ਦੁਨੀਆ 'ਚ ਰਹਿਣ ਦਾ ਕਿ ਮੈਂ ਤਾਂ ਤੜਫ ਰਿਹਾ ਅਕਾਲ ਪੁਰਖ ਤੋਂ ਬਿਨਾਂ। ਵਾਹਿਗੁਰੂ ਦੇ ਕਦੋਂ ਦਰਸ਼ਨ, ਕਦੋਂ ਚਰਨਾਂ ਜਾਵਾਂਗੇ। ਮਹਾਰਾਜ ਨੇ ਪਹਿਲਾਂ ਕਹਿਦਾ ਚਿੱਤ ਨਾ ਭਇਓ ਹਮਰੋ ਆਵਨ ਕਹਿ, ਮੇਰਾ ਆਉਣ ਨੂੰ ਚਿੱਤ ਨਹੀਂ ਸੀ ਕਰਦਾ ਉੱਥੋਂ, ਇਹ ਤਾਂ ਬਸ ਉਹਨਾਂ ਦੇ ਹੁਕਮ ਨੂੰ ਮੰਨਦਿਆਂ ਹੋਈ ਇੱਥੇ ਆਇਆ ਮੈਂ। ਕਿਉਂਕਿ ਸੱਚਖੰਡ ਦੇ ਵਿੱਚ ਜਿੰਨਾ ਆਨੰਦ ਹੈ ਉਹਦਾ ਕਥਨ ਤਾਂ ਆਪਾਂ ਕਰ ਨਹੀਂ ਸਕਦੇ, ਪਰ ਇੰਨਾ ਕਹਿ ਸਕਦੇ ਹਾਂ ਜਿਵੇਂ ਭਰ ਗਰਮੀਆਂ ਵਿੱਚ ਆਪਾਂ ਇੰਨੇ ਤੰਗ ਹੈ ਤੇ ਅਚਾਨਕ ਇੱਥੇ ਬਰਫ਼ ਪੈਣ ਲੱਗ ਜਾਵੇ, ਸਾਰੀ ਦੁਨੀਆ ਨੱਚਣ ਲੱਗ ਜਾਏਗੀ। ਆਹ ਤਾਂ ਸ਼ਿਮਲਾ ਇੱਥੇ ਹੀ ਬਣ ਗਿਆ, ਤਾਂ ਬੜੀ ਠੰਡ ਹੋ ਗਈ, ਬੜਾ ਆਨੰਦ ਮਾਣ ਰਹੇ ਹਾਂ ਅਸੀਂ ਤਾਂ। ਮਾੜਾ ਜਿਹਾ ਹੀ ਪ੍ਰਮਾਣ ਹੈ ਇਹ, ਕਿਣਕਾ ਕੁ ਮਾਤਰ। ਤੋ ਇਸ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਮੈਨੂੰ ਤਾਂ ਇੱਥੇ ਸੰਸਾਰ ਦੇ ਅੰਦਰ ਰਹਿਣਾ ਬੜਾ ਔਖਾ ਲੱਗ ਰਿਹਾ ਹੈ, ਮੇਰਾ ਵੀ ਸੁਨੇਹਾ ਦਿਓ ਜਾ ਕੇ ਕਿ ਹੁਣ ਮੈਨੂੰ ਵੀ ਬੁਲਾ ਲਓ। ਸੋ ਇਸ ਕਰਕੇ ਮਹਾਰਾਜ ਕਹਿੰਦੇ ਯਾਰੜੇ ਦਾ ਸਾਨੂੰ ਸੱਥਰ ਚੰਗਾ। ਮਿੱਤਰ ਪਿਆਰੇ ਵਾਹਿਗੁਰੂ ਦਾ ਸੱਥਰ ਤੋਂ ਭਾਵ ਥੱਲੇ ਧਰਤੀ ਦੇ ਉੱਤੇ ਘਾਹ ਫੂਸ ਵਿਛਾ ਕੇ ਵੀ ਉਹਦੇ ਕੋਲ ਪੈਣਾ ਚੰਗਾ ਲੱਗਦਾ ਮੈਨੂੰ। ਭੱਠ ਖੇੜਿਆਂ ਦਾ ਰਹਿਣਾ, ਖੇੜੇ ਹੁੰਦੇ ਸ਼ਹਿਰ, ਕਹਿੰਦੇ ਜਿਹੜਾ ਸ਼ਹਿਰਾਂ ਦੇ ਵਿੱਚ ਜਾ ਕੇ ਰਹਿਣਾ ਹੈ, ਚੰਗਿਆਂ ਸਥਾਨਾਂ ਤੇ ਰਹਿਣਾ ਹੈ, ਉਹ ਮੈਨੂੰ ਭੱਠ ਦੀ ਤਰ੍ਹਾਂ ਲੱਗਦਾ, ਜਿਵੇਂ ਭੱਠ ਬਲਦਾ ਹੋਵੇ। ਅਕਾਲ ਪੁਰਖ ਵਾਹਿਗੁਰੂ ਦੇ ਕੋਲ ਭਾਵੇਂ ਮੈਨੂੰ ਸੱਥਰ ਵਿਛਾ ਕੇ ਪੈਣਾ ਪੈ ਜੇ, ਭਾਵੇਂ ਬੋਰੀ ਵਿਛਾ ਕੇ ਪਾ ਦੇਵੇ ਕੋਈ, ਭਾਵੇਂ ਮੈਨੂੰ ਥੱਲੇ ਹੀ ਪੈਣਾ ਪੈ ਜੇ, ਉਹ ਆਨੰਦਮਈ ਅਵਸਥਾ ਹੈ। ਸ੍ਰੀ ਹੇਮਕੁੰਟ ਸਾਹਿਬ ਇਸੇ ਤਰ੍ਹਾਂ ਹੀ ਰਹੇ ਨੇ, ਉੱਥੇ ਕਿਹੜਾ ਪਲੰਘ ਸੀਗੇ ਮਹਾਰਾਜ ਕੋਲੇ, ਉੱਥੇ ਵੀ ਤਾਂ ਥੱਲੇ ਹੀ ਬਿਰਾਜਮਾਨ ਹੁੰਦੇ ਸੀ। ਉਹ ਜਿਹੜੀ ਸਿਲਾ ਤੇ ਬਹਿ ਕੇ ਆਪ ਨੇ ਭਗਤੀ ਕੀਤੀ ਹੈ। ਸੋ ਬਾਬਾ ਸੂਰਤਾ ਸਿੰਘ ਜੀ ਜਦੋਂ ਪਹਿਲੀ ਵਾਰ ਕਹਿੰਦੇ ਬਾਬਾ ਸੂਰਤਾ ਸਿੰਘ ਜੀ ਹੋਏ ਨੇ 1984 'ਚ ਉਹ ਸ਼ਹੀਦ ਹੋ ਗਏ ਸੀਗੇ, ਬੜੀ ਉੱਚੀ ਅਵਸਥਾ ਦੇ ਮਾਲਕ ਸੀ ਉਹ ਬਜ਼ੁਰਗ। 1975 ਤੇ 76 'ਚ ਦੋ ਵਾਰੀ ਮੈਂ ਉਹਨਾਂ ਦੇ ਦਰਸ਼ਨ ਕੀਤੇ ਨੇ ਰਿਸ਼ੀਕੇਸ਼। ਉਹ ਸ੍ਰੀ ਹੇਮਕੁੰਟ ਸਾਹਿਬ ਤੱਕ ਸਾਡੇ ਨਾਲ ਹੀ ਗਏ ਸੀ, ਬੜੀਆਂ ਗੱਲਾਂ ਸੁਣਾਈਆਂ, ਪੁਰਾਣੇ ਤੋਂ ਪੁਰਾਣਾ ਸਮਾਂ ਉਹਨਾਂ ਨੇ ਸੁਣਾਇਆ। ਸੋ ਦੇਖ ਲੈਂਦੇ ਨੇ ਬੰਦਾ ਕਿਹਾ ਜਾ, ਅਸੀਂ 4-5 ਸਿੰਘ ਸੀਗੇ, ਤਾਂ ਫਿਰ ਅਸੀਂ ਉਹਨਾਂ ਨੂੰ ਬਜ਼ੁਰਗਾਂ ਦਾ ਤਰ੍ਹਾਂ ਸਤਿਕਾਰ ਕਰਕੇ ਪੁੱਛਿਆ ਵੀ ਤੁਸੀਂ ਜਦੋਂ ਉੱਪਰ ਗਏ ਸੀ ਗੁਫਾ ਵਿੱਚ, ਹੁਣ ਅਸੀਂ ਤਾਂ ਜਾ ਨਹੀਂ ਸਕਦੇ, ਤੁਸੀਂ ਤਾਂ ਕਈ ਵਾਰ ਗਏ ਹੋ, ਉੱਤੇ ਕੀ ਦੇਖਿਆ ਤੁਸੀਂ? ਤਾਂ ਕਹਿੰਦੇ ਉੱਪਰ ਜਦ ਗਏ ਗੁਫਾ ਦੇ ਵਿੱਚ ਤਾਂ ਮੈਂ ਦੇਖਿਆ ਵੱਡੀ ਸਾਰੀ ਇੱਕ ਸਿਲਾ ਹੈ, ਪਿੱਛੋਂ ਦੀ ਪਾਣੀ ਲੰਘ ਰਿਹਾ ਥੋੜਾ ਥੋੜਾ, ਜਿਵੇਂ ਕੂਲ ਜਿਹਾ ਬਣਿਆ ਪਾਣੀ ਦਾ। ਕਹਿੰਦੇ ਮੈਂ ਆਪ ਸੁੱਚਾ ਕੱਪੜਾ ਲੈ ਕੇ ਉੱਥੋਂ ਭਿਉਂ ਕੇ ਉਸ ਸਿਲਾ ਦੇ ਉੱਪਰ ਕਹਿੰਦੇ ਮੈਂ ਉਹ ਕੱਪੜਾ ਫੇਰਿਆ। ਬਿਲਕੁਲ ਜਦੋਂ ਪੋਚਾ ਲਾਤਾ, ਚੰਗੀ ਤਰ੍ਹਾਂ ਸਫਾਈ ਹੋ ਗਈ, ਕਹਿੰਦੇ ਮੈਂ ਥੋੜੀ ਜਿਹੀ ਬੇਸਮਝੀ ਕਰ ਲਈ, ਇਹ ਕਿ ਮੈਂ ਉਸ ਸਿਲਾ ਦੇ ਉੱਤੇ ਬੈਠ ਗਿਆ। ਜਿਉਂ ਹੀ ਮੈਂ ਬੈਠਾ ਕਹਿੰਦੇ ਮੇਰੀ ਸਮਾਧੀ ਐਸੀ ਲੱਗੀ, 48 ਘੰਟੇ ਤੱਕ ਤਾਂ ਮੇਰੀਆਂ ਅੱਖਾਂ ਹੀ ਨਹੀਂ ਖੁੱਲੀਆਂ। 48 ਘੰਟੇ ਤੋਂ ਬਾਅਦ ਜਦੋਂ ਸੁਰਤ ਆਈ ਤਾਂ ਮੈਨੂੰ ਮਨ 'ਚ ਅਨੁਭਵ ਹੋਇਆ ਮੈਂ ਗਲਤ ਗੱਲ ਕੀਤੀ, ਇੱਥੇ ਤਾਂ ਮਹਾਰਾਜ ਬੈਠਦੇ ਹੋਣੇ ਨੇ। ਇੱਕਦਮ ਥੱਲੇ ਉਤਰ ਕੇ ਮੱਥਾ ਟੇਕਿਆ, ਬੇਨਤੀ ਕੀਤੀ, ਮਹਾਰਾਜ ਮੈਥੋਂ ਗਲਤੀ ਹੋ ਗਈ। ਸੋ ਇਸ ਕਰਕੇ ਐਸੇ ਗੁਰਮੁਖ ਪਿਆਰਿਆਂ ਨੇ ਦੱਸਿਆ ਕਿ ਮਹਾਰਾਜ ਵਾਕਈ ਕੋਈ ਕੱਪੜਾ ਨਹੀਂ ਥੱਲੇ, ਕੋਈ ਲੀੜਾ ਨਹੀਂ, ਉਹ ਸਿਲਾ ਦੇ ਉੱਤੇ ਬੈਠ ਕੇ ਭਗਤੀ ਇੰਨਾ ਸਮਾਂ ਕੀਤੀ ਮਹਾਰਾਜ ਜੀ ਨੇ, ਉਹ ਪਾਵਨ ਪਵਿੱਤਰ ਸਥਾਨ। ਇਸ ਕਰਕੇ ਸਤਿਗੁਰੂ ਕਹਿੰਦੇ ਮੈਨੂੰ ਤਾਂ ਨਾ ਧਰਤੀ ਤੇ ਬਹਿਣਾ ਚੰਗਾ, ਮੈਨੂੰ ਤਾਂ ਸੱਥਰ ਚੰਗਾ। ਆ ਜਿਹੜੀਆਂ ਨਰਮ ਤਲਾਈਆਂ, ਨਰਮ ਚੀਜ਼ਾਂ ਦੂਜੀਆਂ ਤੀਜੀਆਂ, ਇਹ ਸਾਰਿਆਂ ਨਾਲੋਂ ਇਸ ਕਰਕੇ ਕਹਿੰਦੇ ਮੈਨੂੰ ਤਾਂ ਸੱਚਖੰਡ ਹੀ ਚੰਗਾ, ਅਕਾਲ ਪੁਰਖ ਦੇ ਚਰਨਾਂ 'ਚ ਰਹਿਣਾ ਹੀ ਚੰਗਾ। ਆ ਸੰਸਾਰ ਦੇ 'ਚ ਮਾਇਆ ਦੀ ਤਪਸ਼, ਇਹਨਾਂ ਦੇ ਨਾਲੋਂ ਤਾਂ ਸਾਰਿਆਂ ਨਾਲੋਂ ਚੰਗਾ ਤੇਰੇ ਚਰਨਾਂ 'ਚ ਬੈਠ ਕੇ ਇਹਨਾਂ ਜੰਜਾਲਾਂ ਤੋਂ ਦੂਰ ਹੋ ਕੇ ਇੱਕ ਮਨ ਹੋ ਕੇ ਵਾਹਿਗੁਰੂ 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 ਵਾਹਿਗੁਰੂ
गुरु। पवित्र उपदेश शब्द हजारे पातशाही दसवीं राग बिलावल पातशाही दसवीं। सतगुरु महाराज सच्चे पातशाह बख्शिश करते ने। सो इस तो पहला एक शब्द रह गया तिलंग काफी पातशाही दसवीं। सो ये मित्र प्यारे नूं हाल मरीदां दा कहना तो बाद जिहड़ा शब्द तिलंग काफी पातशाही दसवीं, तिलंग राग दे विच सतगुरु महाराज सच्चे पातशाह उच्चारण करते हैं केवल काली करतार। सो एक हुंदा पाठ अपना दई गुरु ग्रंथ साहिब च आउंदा दईओ दै दई। इहदा अर्थ सारियां दा ज़्यादातर हुंदा दयालु जां प्रेरक। इत्थे महाराज ने कक्के नूं कन्ना लल्ला ईड़ी बिहारी लिख के लिखिया काल ई। ਉਹ ई है ना वो प्रेरक का वाचक लाता नाल। केवल अकाल पुरख ही करतार वाहिगुरु ही प्रेरक है सारियां दा। हरेक नूं प्रेरदा वाहिगुरु ही है। किसी नूं चंगे पासे, किसी नूं माड़े पासे, किसी नूं इधर, किसी नूं उधर। जिन्हों थोड़ा भटकाउणा होवे उहनूं उधर नूं भटका दिंदे ने, जिन्हों सोझी पाउणी है उहनूं सोझी भी पा दिंदे ने। ये महाराज की मर्जी है। ये तो आप जान नहीं सके भी ऐसा क्यों। कहते मेरी खेड है। जिन्ना जिन्ना नूं गुमराह करना हुंदा उन्होंने भी खुद ही कर दिंदे ने। जिन्हों नहीं करना उन्होंने उहदे सिर ते खड़ के प्रेरणा देई जांदे चंगी। कहते माड़े पासे नहीं जाना, उन्होंने समझा भी दिंदे ने। इस करके महाराज कहने केवल काली करतार है। इकट्ठा ही पाठ काली करतार। आद अंत अनंत मूरत। आद तो लैके अंत तक सृष्टि का आद ते अंत उहदा तां कोई आद अंत नहीं ना है। जदों दी सृष्टि बनाई है अते जदों तक सृष्टि ने रहना तिन्ना लोकां ने अनंत मूरत वाहिगुरु ने अनंत मूरतां धारनियां ने अपनियां। अनंत स्वरूप बनाउण वाला वो कदे किसे स्वरूप विच हो जाते हैं, कदे किसे स्वरूप विच हो जाते हैं। गढ़न भंजनहार। भंजनहार हुंदा बनाउण तोड़न वाला ते गढ़न वाला हुंदा बनाउण वाला। बनाउण वाला भी सानू उही है, नाश करता भी उही है हरेक चीज़ का। कोई चीज़ बनी तो उन्हें बनाई, कोई चीज़ खत्म हो गई तो उन्हें ही कीती है खत्म, आपां नहीं कीती। नौ भावें किसी का लग जावे पर नाम अखीर तेरा ही आना कि सारा कुछ तुसीं आप ही करन वाले हो। विश्राम दे के फरमाउंदे ने निंद उस्तत जौन के सम सत्तर मित्र ना कोई। निंदा ते उस्तत उस वाहिगुरू नूं बराबरी है। तुसीं रोज़ निंदा करी जाओ तो उन्होंने कोई फर्क नहीं, जे उस्तत करी जाओ तो भी उन्होंने कोई फर्क नहीं। उहदे ते कोई इन्हां चीज़ां दा असर नहीं है। सत्तर ते मित्र कोई नहीं उदों, क्योंकि पता कि मेरी अंशी है सारी ये। इस करके वह किसी नाल वैर ही नहीं, ना दुश्मनी ना दोस्ती, सारे मेरे अपने ही ने। कौन बाट परी तिसै पथ सारथी रथ होए। कहने पर एक गल दसो ਉਹਨੂੰ ਕਿਹੜਾ ਇਹੋ ਜਿਹਾ ਕੰਮ ਪੈ ਗਿਆ, ਕਿਹੜੀ ਬਾਟ ਪੈ ਗਈ, ਕਿਹੜਾ ਰਾਹ ਜਾਣਾ ਪੈ ਗਿਆ ਜਿਹੜਾ ਆਪਾਂ ਕਹਿੰਦੇ ਆ ਕਿ ਉਹ ਪਥ ਸਾਰਥੀ ਬਣਿਆ ਰਥ ਦਾ। ਕ੍ਰਿਸ਼ਨ ਜੀ ਬਾਰੇ ਕਹਿੰਦੇ ਨੇ, ਕਹਿੰਦੇ ਆਉਂ ਦੱਸੋ। ਆਪਾਂ ਕਹਿੰਦੇ ਕ੍ਰਿਸ਼ਨ ਜੀ ਅਰਜਨ ਦੀ ਦੇ ਸਾਰਥੀ ਬਣੇ, ਉਹਦਾ ਰਥ ਚਲਾਉਣ ਵਾਲੇ ਬਣੇ। ਅਕੇ ਪਰਮੇਸ਼ਰ ਨੇ ਫਿਰ ਅਰਜਨ ਦਾ ਰਥ ਚਲਾਇਆ। ਕਹਿੰਦੇ ਰੱਬ ਨੂੰ ਕਿਹੜੇ ਰਾਹ ਜਾਣਾ ਪੈ ਗਿਆ ਜਿਹੜਾ ਉਹ ਪਥ ਸਾਰਥੀ ਬਣ ਗਿਆ ਅਰਜਨ ਦਾ। ਕਹਿੰਦੇ ਇਹ ਲੋਕਾਂ ਦੀਆਂ ਬਣਾਈਆਂ ਹੋਈਆਂ ਗੱਲਾਂ ਨੇ। ਰੱਬ ਨੂੰ ਹਰੇਕ ਥਾਈਂ ਲੋਕ ਕਿਉਂ ਜਿੱਥੇ ਨਾ ਕੋਈ ਵਰਤਿਆ ਜਾਵੇ ਉੱਥੇ ਰੱਬ ਨੂੰ ਵਰਤ ਲੈਂਦੇ ਨੇ। ਮਹਾਰਾਜ ਕਹਿੰਦੇ ਉਹ ਕਿਉਂ ਬਣੂਗਾ ਕਿਸੇ ਦਾ ਪਥ ਸਾਰਥੀ, ਉਹਨੂੰ ਕੋਈ ਲੋੜ ਨਹੀਂ ਹੈ। ਇਹ ਤੁਹਾਡਾ ਵਹਿਮ ਹੈ
कि वो किसी का रथ चलाउण वाला बनिया। तात मात ना जात जाकर पुत्र पौत्र मुकंद, ना तो वह कोई तात पिता है, ना मात माता है, ना कोई उसकी जात है, ना कोई उसका फिर कहते पुत्र है, ते ना कोई पोतरा है। वो मुकंद मुक्ति दे दाते दा, ना पिता ना माता ना जात ना पुत्र ना पोतरा। जदों आपां ये गल कहने हैं कि वह कोई पिता नहीं, कोई माता नहीं, कोई पुत्र नहीं, कोई पोतरा नहीं, तो कौन काज कहाएंगे आन देवक नंद। फिर तुसी क्यों कहने हो कि देवकी दा नंदन सी, पुत्र सी। वो जदों उन्हें किसी का पुत्र बनना ही नहीं संसार दे अंदर, तो फिर वो देवकी पुत्र किवें हो सकता है। वो तो उहदे अवतार आए सी, कई अवतार भेजदा वो अपने। विष्णु जी ने कई बारी अवतार धारे ने। महाराज गलत फहमियां दूर करदे संसार दियां। सतगुरु ने पहला कहता भी मैं किसी तो डरना नहीं, ना मैं झुकना किसी दे अगे, ते एवें मैं लल्ले भब्बे करा किसी दे। मैं तुहानूं साफ ते स्पष्ट गल दसदा कि उन्हां नूं की लोड़ सी देवकी पुत्र बनन दी, जदों वाहिगुरू ना उन्हां दा कोई पिता ना माता ना पोतरा ना पुत्र, ना ताता ना माता ना जाता ना पाता, निरसाकं शरीक है, अमितो अमीक है, सदैवं प्रभा है, अजय है अजा है। देव दैत दिशा विसा जे कीन सर्ब पसार। जेड़े वाहिगुरू ने देवते बनाए, दैत बनाए, दिशा विसा हुंदी चारे पासे बनाए। एक तो दिशा हो गई पूर्व पश्चिम उत्तर दक्षिण, विशा हो गई उन्होंने उपकोण जेड़े हुंदे ने 8 कोण बन गए, 4 मुख कोण, 4 अग्न कोण, अवैव कोण आदि, निशान कोण, ईशान कोण आदि बने ने। ये कीन सर्प पसार, जिन्हें इन्ना वड्डा पसारा किया, इन्हें देवते बनाए ने। करोड़ां करोड़, करोड़ तो थोड़े हो गए, पद्म की गिनती च दैत बनाए ने। कहने तुसी अपने जानी उहदी उपमा करते हो, की कह के कौन उपमा तौन को मुखलेत नाम मुरार। कहते ये उहदी की उपमा होई कि उहनूं तुसी मुरारी कह के उहदी उपमा करते हो। मुर दैत नूं मारन करके उहनूं मुरारी कहते ने। कहते देखियो किते उपमा करते करते किते निंदा ही ना करी जाओ। कहते ओहदा नाम तुसी मुरार रखता एक दैत मारन करके। कहते जिन्हें देवते बनाए, दैत बनाए, सारियां दिशावां बनाईयां, सारियां नूं खुद बनाउण वाला, खुद सारियां नूं मारन वाला आप है। जे एक जाने ने किते आके एक दैत मारता तो रब बन गया। कल भी यही कहते सीगे, कहते जे 10 दैत मार दिते आके विष्णु ने, तो कि वह परमात्मा कहाउण दा हकदार हो गया। जेड़े रब ने असंख दैत बनाए ने वो तो रब ना रहा, जिन्हें 10 दैत मार दिते वो रब बन गया। कहते देखो हासे की गल, संसार एवें ही हरेक नूं रब कहण लग जांदा, हरेक नूं भगवान। महाराज कहते ये गल गलत है। आपो अपने अहुदे ते सारे ठीक ने, विराजमान ने, पर यह नहीं कहना चाहिए कि वह फलाना परमात्मा है, फलाना परमात्मा है, यह परमात्मा है। हरेक नूं भगवान कहण लग पिया। राग बिलावल पातशाही 10वीं, बिलावल राग विच महाराज 10वें पातशाह फरमाउंदे बचन, सो किम मान स्वरूप कहाए। वो मान स्वरूप बंदे का रूप किवें कहा सकता है कि वह रब बंदा है जां बंदा बन के आया। कहते तुसीं हरेक बंदे नूं रब कहण लग पैंदे हो। और बहुत स्पष्ट है दुनिया अज दे युग च अपने आप नूं रब कहाउंदी। हरेक किते भी मर्जी तुसीं हथ ला के देख लो, कोई नेह कलंक बनिया बैठा, कोई कहना मैं तो आप ही रब आया, मैं ही परमेश्वर हाँ। 10वें पातशाह महाराज कहते वो गल सुन भाई, सिद्ध समाध साध कर हारे। सिद्ध समाधियां ला के साध साध के हार के थक के बह गए, क्यों ना देखन पाए। उन्होंने तो रब दिखिया नहीं, वो वाहिगुरू बड़े बड़े सिद्धां नूं नहीं दिखिया, समाधियां वालियां नूं नहीं दिखिया,
ਕਈਆਂ ਨੇ ਜ਼ੋਰ ਲਾ ਲਿਆ, ਉਹ ਨਹੀਂ ਦਰਸ਼ਨ ਦਿੰਦਾ, ਤੇ ਇੱਕ ਬੰਦਾ ਉੱਠ ਕੇ ਕਹਿੰਦਾ ਮੈਂ ਰੱਬ ਹੈ। ਤੇ ਉਹ ਲੋਕ ਉਦੋਂ ਵੀ ਮਹਾਮੂਰਖ ਨੇ ਜਿਹੜੇ ਕਹਿੰਦੇ ਹਾਂ ਜੀ ਇਹ ਰੱਬ ਹੈ। ਇਹ ਕਿੱਦਾਂ ਹੋ ਸਕਦਾ? ਜਿਹਦੇ ਦਰਸ਼ਨਾਂ ਲਈ ਲੱਖਾਂ ਵਰ੍ਹਾ ਤਪੱਸਿਆ ਕਰਨੀ ਪੈਂਦੀ ਹੈ, ਤਾਂ ਕਿਤੇ ਜੇ ਉਹਦਾ ਤਰਸ ਪੈ ਜੇ ਤਾਂ ਕਿਤੇ ਮਸਾਂ ਹੀ ਦਰਸ਼ਨ ਹੁੰਦੇ ਨੇ। ਕਹਿੰਦੇ ਤੁਸੀਂ ਐਵੇਂ ਜਣੇ ਖਣੇ ਗਾਜਰ ਮੂਲੀ ਬਣਾਇਆ ਰੱਬ ਨੂੰ, ਹਰੇਕ ਨੂੰ ਹੀ ਕਹਿੰਦੇ ਹੋ ਆਹ ਰੱਬ ਹੈ, ਉਹ ਰੱਬ ਹੈ, ਉਹ ਰੱਬ ਹੈ, ਸਾਰਿਆਂ ਨੂੰ ਹੀ ਤੁਸੀਂ ਪ੍ਰਮਾਤਮਾ ਕਹਿਣ ਲੱਗ ਜਾਂਦੇ ਹੋ। ਐ ਨਾ ਕਿਹਾ ਕਰੋ ਕਿਸੇ ਨੂੰ। ਜੇ ਪ੍ਰਮਾਤਮਾ ਕਹਾਉਣ ਦਾ ਅਧਿਕਾਰੀ ਕੇਵਲ ਗੁਰੂ ਨਾਨਕ ਦੇਵ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਜੇ ਤੁਸੀਂ ਕਹੋ ਵੀ ਇਹ ਵੀ ਦੇਖਣ ਨੂੰ ਤਾਂ ਬੰਦੇ ਹੀ ਲੱਗਦੇ ਸੀ, ਇਹ ਬੰਦੇ ਨਹੀਂ ਸੀ ਲੱਗਦੇ। ਦਸਾਂ ਸਰੂਪਾਂ ਦੇ ਇਤਿਹਾਸ ਨੂੰ ਪੜ੍ਹੋ, ਇਤਿਹਾਸ ਨਹੀਂ ਸੁਣਿਆ ਤੁਸੀਂ? ਦਸਾਂ ਸਰੂਪਾਂ ਦੇ ਤਾਂ ਫੁੱਲ ਵੀ ਨਹੀਂ ਮਿਲੇ ਹੈ। ਇਹ ਤਾਂ ਦੇਖਣ ਮਾਤਰ ਸਰੂਪ ਸੀਗੇ। ਜੇ ਤੁਸੀਂ ਕਹੋ ਇਹਨਾਂ ਨੇ ਮਾਵਾਂ ਤੋਂ ਜਨਮ ਲਿਆ, ਇਹ ਵੀ ਨਹੀਂ ਹੈ। ਉਹ ਸਿਰਫ ਇੱਕ ਸਾਰੀ ਕਿਰਿਆ ਦਿਖਾਵੇ ਮਾਤਰ ਹੈ। ਉਹਨਾਂ ਨੇ ਤਾਂ ਮਾਵਾਂ ਤੋਂ ਜਨਮ ਲਿਆ, ਪਰ ਇੱਥੇ ਕੁਝ ਨਹੀਂ ਹੋਇਆ। ਉਹ ਤਾਂ ਕਈ ਵਾਰੀ ਹਾਰੇ ਵੀ ਨੇ, ਬੜੇ ਬੜੇ ਦੈਂਤਾਂ ਨੇ ਹਰਾ ਕੇ ਭਜਾ ਦਿੱਤੇ। ਕਹੋ ਕਾ 10ਵੇਂ ਪਾਤਸ਼ਾਹ ਨੂੰ ਕਿਸੇ ਨੇ ਹਰਾਇਆ ਹੋਵੇ? ਉਹਨਾਂ ਤੇ ਇਹਨਾਂ ਦਾ ਬੜਾ ਫਰਕ ਹੈ। ਸ਼ਕਤੀ, ਵਿਅਕਤੀ, ਪ੍ਰਗਿਆ, ਆਯੂ, ਇਹ ਸਾਰੀਆਂ ਚੀਜ਼ਾਂ ਮਿਲਾਉਣੀਆਂ ਪੈਂਦੀਆਂ, ਕੀ ਮਿਲਦੀਆਂ ਵੀ ਨੇ। ਐ ਤਾਂ ਹਰੇਕ ਬੰਦਾ ਹੀ ਉੱਠ ਕੇ ਕਹਿ ਦਿੰਦਾ। 6ਵੇਂ ਪਾਤਸ਼ਾਹ ਨੂੰ ਇੱਕ ਸਿੱਖ ਖੜਾ ਹੋ ਕੇ ਕਹਿੰਦਾ, ਮਹਾਰਾਜ ਤੁਹਾਡੇ ਤੇ ਮੇਰੇ 'ਚ ਤਾਂ ਕੋਈ ਫਰਕ ਨਹੀਂ ਹੈ, ਮੇਰੀਆਂ ਵੀ 2 ਬਾਹਾਂ, 2 ਲੱਤਾਂ, 2 ਅੱਖਾਂ, ਤੇ ਤੁਸੀਂ ਸਤਿਗੁਰੂ ਬਣ ਕੇ ਗੱਦੀ ਤੇ ਕਿਉਂ ਬੈਠੇ ਹੋ ਤੇ ਮੈਂ ਥੱਲੇ ਕਿਉਂ ਖੜਾ? ਹੈ ਤਾਂ ਬੰਦਾ ਸਿੱਧਾ ਜਿਹਾ, ਪ੍ਰਸ਼ਨ ਬੜਾ ਡੂੰਘਾ। ਮਹਾਰਾਜ ਕਹਿੰਦੇ ਭਾਈ ਗੱਲ ਤੇਰੀ ਬਿਲਕੁਲ ਠੀਕ ਹੈ, ਬਾਹਰਲਾ ਰੂਪ ਤਾਂ ਆਪਣਾ ਇੱਕੋ ਜਿਹਾ ਹੀ ਹੈ ਦੇਖਣ ਮਾਤਰ, ਪਰ ਇਹ ਗੱਲ ਹੈ ਕਿ ਮੈਂ ਕਹਿ ਸਕਦਾ ਹਾਂ ਕਿ ਮੈਂ ਬ੍ਰਹਮ ਹਾਂ, ਤੇ ਤੂੰ ਇਹ ਗੱਲ ਕਹਿ ਨਹੀਂ ਸਕਦਾ, ਕਿਉਂਕਿ ਮੇਰਾ ਮਨ ਬਿਲਕੁਲ ਸ਼ੁੱਧ ਹੈ ਤੇ ਤੂੰ ਅਸ਼ੁੱਧ ਹੈ। ਇਸ ਕਰਕੇ ਇਹ ਕੋਈ ਵੱਖਰੀ ਗੱਲ ਨਹੀਂ ਕਿ ਦੁਨੀਆ ਦੇ ਲੋਕ ਖਿੱਚ ਕੇ ਕਹਿਣਗੇ ਲਓ 10ਵੇਂ ਪਾਤਸ਼ਾਹ ਮਹਾਰਾਜ ਵੀ ਤਾਂ ਆਮ ਬੰਦਿਆਂ ਵਰਗੇ ਸੀਗੇ, ਪਹਿਲੇ ਪਾਤਸ਼ਾਹ ਵੀ ਤਾਂ ਐ ਸੀਗੇ। ਬਈ ਬੜਾ ਫਰਕ ਹੈ। ਨਾਲ ਬੈਠ ਕੇ ਕਦੇ ਵਿਚਾਰ ਕਰਕੇ ਦੇਖੋ ਉਹਨਾਂ ਦੇਵਤਿਆਂ ਦਾ ਤੇ ਗੁਰਾਂ ਦਾ। ਦੇਵਤੇ ਤਾਂ ਵਿਚਾਰੇ ਇੱਥੇ ਹੁਣ ਨੱਕ ਰਗੜਦੇ ਨੇ ਮਹਾਰਾਜ ਦੇ ਅੱਗੇ, ਕਈਆਂ ਦੇ ਤਾਂ ਭਲੇ ਭੁਲੇ ਹੀ ਨਹੀਂ ਹੋਏ ਵਿਚਾਰੇ, ਐਵੇਂ ਤੁਰੇ ਫਿਰਦੇ ਨੇ। ਇਹਨਾਂ ਨੂੰ ਤਾਂ ਆਪਾਂ ਹੀ ਵੱਡੇ ਬਣਾਇਆ ਹੋਇਆ। ਇਹ ਵੱਡੇ ਵੱਡੇ ਕੋਈ ਨਹੀਂ ਹੈਗੇ, ਇਹਨਾਂ ਨੂੰ ਕੋਈ ਨਹੀਂ ਕਿਤੇ ਪੁੱਛਦਾ ਉੱਤੇ ਜਾ ਕੇ ਪਰਲੋਕ ਦੇ ਵਿੱਚ, ਕਿਉਂਕਿ ਇਹਨਾਂ ਦੀ ਹਾਲਤ ਇਹੋ ਜਿਹੀ ਹੁੰਦੀ ਹੈ। ਉਹ ਠੀਕ ਹੈ ਵੀ ਸਤਿਕਾਰਯੋਗ ਹੈ, ਸਾਰੇ ਵੱਡੇ ਨੇ, ਅਹੁਦੇ ਦੇ ਮਾਲਕ ਨੇ। ਇੱਕ ਗੱਲ ਹੈ ਵੀ ਆਪਾਂ ਇਹਨਾਂ ਨੂੰ ਕੁਝ ਨਹੀਂ ਕਹਿ ਸਕਦੇ, ਕਿਉਂਕਿ ਆਪਣੇ ਨਾਲੋਂ ਤਾਂ ਠੀਕ ਹੈ ਵੱਡੇ ਨੇ, ਪਰ ਜਦੋਂ ਪਰਮਾਤਮਾ ਦੇ ਬਰਾਬਰ ਲਿਆਉਣ ਲੱਗੀਏ ਤਾਂ ਉਦੋਂ ਤਾਂ ਦੇਖਣਾ ਪੈਂਦਾ ਨਾ। ਜਿਵੇਂ ਸਾਡੇ ਮਾਂ-ਬਾਪ ਸਾਡੇ ਲਈ ਵੱਡੇ ਨੇ, ਸਤਿਕਾਰਯੋਗ ਨੇ, ਪਰ ਸਾਡੇ ਜਿਹੜੇ ਦਾਦਾ ਦਾਦੀ ਨੇ ਉਹਨਾਂ ਦੇ ਸਾਹਮਣੇ ਤਾਂ ਨਹੀਂ, ਉਹਨਾਂ ਦੇ ਮਾਂ-ਬਾਪ ਬਣ ਗਏ, ਉਹਨਾਂ ਸਾਹਮਣੇ ਤਾਂ ਉਹਨਾਂ ਦੇ ਧੀਆਂ ਪੁੱਤੀ ਰਹਿਣਗੇ। ਉਹ ਜਿੰਨਾ ਮਰਜ਼ੀ ਝਿੜਕਣ ਉਹਨਾਂ ਨੂੰ, ਜਿੰਨਾ ਮਰਜ਼ੀ ਕੁਝ ਕਹਿਣ, ਵੱਡੀਆਂ ਵੱਡੀਆਂ ਉਮਰਾਂ ਹੋ ਜਾਂਦੀਆਂ ਬੱਚਿਆਂ ਦੀਆਂ ਤਾਂ ਵੀ ਮਾਂ-ਬਾਪ ਝਿੜਕਦੇ ਰਹਿੰਦੇ, ਟੋਕਦੇ ਰਹਿੰਦੇ, ਤੂੰ ਆਹ ਗਲਤ ਕੀਤਾ, ਤੂੰ ਨਿਆਣਾ ਹੈ, ਤੈਨੂੰ ਹਲੇ ਅਕਲ ਨਹੀਂ ਗੀ। ਉਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਦੋਂ ਕੋਈ ਗਲਤੀ ਕਰਦਾ ਸਾਨੂੰ ਝਿੜਕਣਾ ਪੈਂਦਾ। ਆਪਾਂ ਵੀ ਝਿੜਕ ਦਿਆਂਗੇ ਕਿਸੇ ਨੂੰ। ਜੇ ਕੋਈ ਇੱਥੇ ਕਹੇ, ਦੁਨੀਆ ਦੇ ਅੰਦਰ ਕਹੇ ਮੈਂ 10ਵੇਂ ਪਾਤਸ਼ਾਹ, ਫਿਰ ਕੁਟਾਪਾ ਕਿੰਨਾ ਚੜ੍ਹਦਾ ਉਹਨੂੰ। ਐ ਥੋੜੀ ਕੋਈ ਬਣ ਜਾਂਦਾ ਆਪਣੇ ਆਪ 10ਵੇਂ ਪਾਤਸ਼ਾਹ। ਜੇ ਅੱਜ ਦੇ ਯੁੱਗ 'ਚ ਕੋਈ ਕਹੇ ਮੈਂ ਰਾਮਚੰਦਰ ਹਾਂ, ਫਿਰ ਉਹਨੂੰ ਕਿੰਨਾ ਕੁਟਾਪਾ ਹੋਊਗਾ। ਐ ਨਹੀਂ ਹੁੰਦਾ। ਰਾਮਚੰਦਰ ਜੀ ਆਪਣੇ ਸਥਾਨ ਤੇ ਨੇ, ਕੋਈ ਬੰਦਾ ਉਹਨਾਂ ਦਾ ਥਾਂ ਨਹੀਂ ਲੈ ਸਕਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ